ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਮਾਰੂ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1000 ਉੱਤੇ ਅੰਕਿਤ ਹੈ। ਇਸ ਪਾਵਨ ਪਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਜੀ ਆਪਣੀ ਪਵਿੱਤਰ ਬਾਣੀ 'ਚ ਉਪਦੇਸ਼ ਕਰਦੇ ਹਨ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਘਾਲਿਓ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਹੜੇ ਸਾਡੇ ਸਰੀਰ ਅੰਦਰ ਪੰਜ ਵਿਕਾਰ ਵਸ ਰਹੇ ਹਨ, ਕਾਮ ਕ੍ਰੋਧ ਹੰਕਾਰ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮਨ ਦਾ ਮਾਨ, ਸੰਸਾਰ ਦਾ ਮੋਹ ਤੇ ਪਦਾਰਥਾਂ ਦਾ ਲੋਭ ਜਿਹੜਾ ਹੈ, ਤੇ ਹੋਰ ਪੰਜ ਵਿਕਾਰ ਕਾਮ ਕ੍ਰੋਧ ਹੰਕਾਰ। ਗੁਰੂ ਸਾਹਿਬ ਜੀ ਕਹਿੰਦੇ ਹਨ, ਇਹਨਾਂ ਦੇ ਵਿੱਚ ਅਸੀਂ ਕਦੀ ਆਪਣਾ ਚਿੱਤ ਨਹੀਂ ਆਉਣ ਦਿੱਤਾ, ਇਹਨਾਂ ਨੂੰ ਅਸੀਂ ਆਪਣੇ ਚਿੱਤ ਵਿੱਚ ਨਹੀਂ ਕਦੀ ਲਿਆਂਦਾ, ਕਿਉਂਕਿ ਸਾਡੇ ਚਿੱਤ ਵਿੱਚ ਪਰਮਾਤਮਾ ਦਾ ਹੀ ਨਾਮ ਵਸਿਆ ਹੋਇਆ ਹੈ। ਹਰ ਪਾਸੇ ਪਰਮਾਤਮਾ ਹੀ ਸਰਵਵਿਆਪੀ ਹੋਇਆ ਵਰਤਦਾ ਦਿਸ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਸ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ, ਉੱਥੇ ਹਉਮੈ ਨਹੀਂ ਆ ਸਕਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਜਿਸ ਹਿਰਦੇ ਵਿੱਚ ਹੰਕਾਰ ਹਉਮੈ ਵਸੀ ਹੁੰਦੀ ਹੈ, ਉੱਥੇ ਨਾਮ ਨਹੀਂ ਟਿਕਦਾ। ਜਿੱਥੇ ਨਾਮ ਟਿਕ ਜਾਂਦਾ ਹੈ, ਉੱਥੇ ਪੰਜ ਵਿਕਾਰ ਤੇ ਹਉਮੈ ਜਿਹੜੀ ਭਾਈ ਨੇੜੇ ਨਹੀਂ ਆ ਸਕਦੀ। ਗੁਰੂ ਸਾਹਿਬ ਜੀ ਕਹਿੰਦੇ ਹਨ, ਬਚਪਨ ਤੋਂ ਹੀ ਅਸੀਂ ਇਹ ਵਿਕਾਰ ਜਿਹੜੇ ਹਨ, ਇਹਨਾਂ ਦਾ ਤਿਆਗ ਕੀਤਾ ਹੋਇਆ ਹੈ। ਮਨ ਦਾ ਮੋਹ, ਮਾਨ, ਹੰਕਾਰ ਤੇ ਪਦਾਰਥਾਂ ਦੇ ਲੋਭ ਨੂੰ ਤੇ ਵਿਕਾਰਾਂ ਨੂੰ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ। ਇਹਨਾਂ ਵਿੱਚ ਸਾਡਾ ਕਦੀ ਚਿੱਤ ਨਹੀਂ ਲੱਗ ਸਕਦਾ, ਕਿਉਂਕਿ ਸਾਡਾ ਚਿੱਤ ਜਿਹੜਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਚਾਲਿਓ। ਕਿ ਅਸੀਂ ਸੰਸਾਰ ਉੱਤੇ ਜਨਮ ਲੈ ਕੇ ਇਸ ਸਰੀਰ ਰੂਪੀ ਘਰ ਦੇ ਵਿੱਚ ਨਾਮ ਦਾ ਹੀ ਬੀਜ ਬੀਜਿਆ ਹੈ। ਨਾਮ ਰੂਪੀ ਰਤਨ ਹੀਰਾ ਹੀ ਤੇ ਉਸ ਦੇ ਆਤਮ ਗੁਣ ਜਿਹੜੇ ਹਨ, ਹਿਰਦੇ ਰੂਪੀ ਘਰ ਵਿੱਚ ਇਕੱਤਰ ਕੀਤੇ ਹਨ, ਇਕੱਠੇ ਕੀਤੇ ਹਨ। ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਪਰਮਾਤਮਾ ਦਾ ਨਾਮ ਹੀ ਸਾਡੇ ਹਿਰਦੇ ਵਿੱਚ ਸਦਾ ਵਾਸਤੇ ਟਿਕਿਆ ਰਹੇਗਾ। ਇਹ ਸੰਸਾਰ ਵਿੱਚ ਵਿਚਰਦਿਆਂ ਤੇ ਸੰਸਾਰ ਤੋਂ ਕੂਚ ਕਰਦਿਆਂ ਨਾਮ ਰੂਪੀ ਸੌਦਾ ਵਣਜ ਵਪਾਰ ਹੀ ਸੰਸਾਰ ਤੋਂ ਸਾਡੇ ਨਾਲ ਜਾਵੇਗਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਚਾਲਿਓ। ਤੇ ਨਾਮ ਦਾ ਹੀ ਵੱਖਰ ਵਪਾਰ ਇਕੱਠਾ ਕਰਕੇ ਅਸੀਂ ਸੰਸਾਰ ਤੋਂ ਬਚਪਨ ਤੋਂ ਲੈ ਕੇ ਨਾਮ ਰੂਪੀ ਧਨ ਹੀ ਇਕੱਠਾ ਕਰਕੇ ਅੰਤ ਸਮੇਂ ਤੱਕ ਪਰਮਾਤਮਾ ਦਾ ਨਾਮ ਹੀ ਇਸ ਸੰਸਾਰ ਤੋਂ ਲੈ ਕੇ ਸੰਸਾਰ ਤੋਂ ਜਾ ਰਹੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਚਾਲਿਓ। ਭਾਈ ਨਾਮ ਦਾ ਖਜ਼ਾਨਾ, ਨਾਮ ਰੂਪੀ ਹੀਰੇ ਰਤਨ ਦਾ ਵੱਖਰ ਵਪਾਰ ਇਕੱਤਰ ਕਰਕੇ ਇਸ ਸੰਸਾਰ ਤੋਂ ਜਾਂਦੇ ਸਮੇਂ ਜਿਹੜਾ ਨਾਮ ਰੂਪੀ ਧਨ ਹੈ, ਨਾਮ ਰੂਪੀ ਸੌਦਾ ਹੈ, ਉਹ ਸਾਡੇ ਨਾਲ ਜਾਵੇਗਾ। ਬਾਕੀ ਦੇ ਸਾਰੇ ਦੁਨਿਆਵੀ ਧਨ ਪਦਾਰਥ ਜਿਹੜੇ ਹਨ, ਇੱਥੇ ਰਹਿ ਜਾਣ ਵਾਲੇ ਹਨ। ਇਸ ਕਰਕੇ ਸਾਨੂੰ ਸੰਸਾਰ 'ਤੇ ਜਨਮ ਲੈਂਦਿਆਂ ਹੀ ਤੇ ਅੰਤ ਸਮੇਂ ਤੱਕ ਗੁਰੂ ਸਾਹਿਬ ਜੀ ਕਹਿੰਦੇ ਨਾਮ ਰੂਪੀ ਧਨ ਹੀ ਇਕੱਤਰ ਕਰਨਾ ਚਾਹੀਦਾ ਹੈ। ਇਸ ਕਰਕੇ ਅਸੀਂ ਨਾਮ ਦਾ ਹੀ ਧਨ ਵੱਖਰ ਵਪਾਰ ਜਿਹੜਾ ਨਾਮ ਦਾ ਸੱਚਾ ਸੌਦਾ ਕੀਤਾ ਹੈ, ਜਾਣ ਲੱਗਿਆ ਸੰਸਾਰ ਤੋਂ ਇਹ ਨਾਮ ਰੂਪੀ ਧਨ ਹੀ ਸਾਡੇ ਨਾਲ ਜਾਵੇਗਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਸੇਵਕੀ ਓਟ ਨਿਭੀ ਪ੍ਰੀਤ। ਜੋ ਸੇਵਕ ਨੇ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਪਾਈ ਸੀ, ਸਾਚੀ ਪ੍ਰੀਤ। ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੰਸਾਰ ਤੋਂ ਨਾਲੋਂ ਝੂਠਾ ਮੋਹ ਤਿਆਗ ਕੇ ਜੋ ਅਕਾਲ ਪੁਰਖ ਨਾਲ ਸੱਚੀ ਪ੍ਰੀਤ ਪਾਈ ਸੀ, ਸੱਚਾ ਨਾਤਾ ਜੋੜਿਆ ਸੀ, ਗੁਰੂ ਸਾਹਿਬ ਜੀ ਕਹਿੰਦੇ ਮੇਰੇ ਅਕਾਲ ਪੁਰਖ ਨੇ ਕਿਰਪਾ ਕਰਕੇ ਦਾਸ ਦੀ ਪਾਈ ਹੋਈ ਇਹ ਸੱਚੀ ਪ੍ਰੀਤ ਨੂੰ ਤੋੜ ਨਿਭਾਇਆ ਹੈ।
ਸੇਵਕ ਕੀ ਓਟ ਨਿਭਹੀ ਪ੍ਰੀਤ। ਜੋ ਮੈਂ ਦਾਸ ਸੇਵਕ ਨੇ ਪਰਮਾਤਮਾ ਦੇ ਨਾਲ ਸੱਚਾ ਪਿਆਰ ਸੱਚੀ ਪ੍ਰੀਤ ਪਾਈ ਸੀ, ਅਕਾਲ ਪੁਰਖ ਨੇ ਵੀ ਕਿਰਪਾ ਕਰਕੇ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਮਨ ਸਿਓ ਜੋਰੇ ਪਾਉ। ਪ੍ਰਭੂ ਤੇਰੇ ਨਾਲ ਪਾਈ ਸੱਚੀ ਪ੍ਰੀਤ ਜੇ ਤੁਸੀਂ ਨਹੀਂ ਤੋੜੋਗੇ ਤੇ ਮੈਂ ਵੀ ਪਰਨ ਕਰਦਾ ਪ੍ਰਭੂ, ਮੈਂ ਵੀ ਆਪ ਨਾਲ ਸੱਚੀ ਹੋਈ ਪ੍ਰੀਤ ਕਦੇ ਨਹੀਂ ਤੋੜਾਂਗਾ, ਕਿਉਂਕਿ ਆਪ ਤੋਂ ਸੱਚੀ ਪ੍ਰੀਤ ਤੋੜ ਕੇ ਫਿਰ ਹੋਰ ਕਿਸ ਨਾਲ ਜੋੜਾਂਗੇ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋੜ ਹੈ, ਤੁਮ ਸਿਓ ਤੋਰ ਕਮਨ ਸਿਓ ਜੋਰੇ। ਆਪ ਤੋਂ ਸੱਚੀ ਪ੍ਰੀਤ ਤੋੜ ਕੇ ਹੋਰ ਕਿਸ ਨਾਲ ਸੱਚਾ ਪਿਆਰ ਪਾਈਏ। ਸਾਰਾ ਤੇ ਸੰਸਾਰ ਝੂਠਾ ਬਿਨਸ ਜਾਣ ਵਾਲਾ ਤੇ ਚੱਲਣਹਾਰ ਹੈ। ਇਸ ਕਰਕੇ ਪ੍ਰਭੂ ਸਾਰੇ ਸਾਖ ਸੰਬੰਧੀਆਂ ਦਾ ਆਸਰਾ ਛੱਡ ਕੇ ਸਾਰੇ ਸੰਸਾਰ ਦਾ ਮੋਹ ਤਿਆਗ ਕੇ ਪ੍ਰਭੂ ਮੈਂ ਆਪ ਜੀ ਨਾਲ ਸੱਚੀ ਪ੍ਰੀਤ ਸੱਚਾ ਨਾਤਾ ਜੋੜਿਆ ਹੈ। ਆਪ ਨੇ ਕਿਰਪਾ ਕਰਕੇ ਮੇਰੀ ਦਾਸ ਦੀ ਪਾਈ ਹੋਈ ਸੱਚੀ ਪ੍ਰੀਤ ਨੂੰ ਤੋੜ ਨਿਭਾ ਦਿੱਤਾ ਹੈ। ਸੇਵਕ ਕੀ ਓਟ ਨਿਭੀ ਪ੍ਰੀਤ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਜੀਵਤ ਸਾਹਿਬ ਸੇਵੇ ਆਪਣਾ। ਜਦੋਂ ਦੇ ਇਸ ਸਰੀਰ 'ਚ ਪ੍ਰਾਣ ਪਏ ਹਨ, ਜਨਮ ਮਿਲਿਆ ਉੱਥੋਂ ਲੈ ਕੇ ਹੀ, ਜਨਮ ਤੋਂ ਲੈ ਕੇ ਪ੍ਰਭੂ ਮੈਂ ਦਾਸ ਨੇ ਆਪ ਜੀ ਦੇ ਨਾਲ ਸੱਚੀ ਪ੍ਰੀਤ ਪਾਈ ਹੈ। ਜੀਵਤ ਸਾਹਿਬ ਸੇਵੇ ਆਪਣਾ। ਜਿਉਂਦਿਆਂ ਜੀ ਆਪਣੇ ਸਾਹਿਬ ਪਰਮਾਤਮਾ ਨੂੰ ਹਿਰਦੇ ਰੂਪੀ ਕਰ ਵਸਾ ਕੇ ਰੱਖਿਆ ਸੀ। ਚਲਤੇ ਰਾਖਿਓ ਚੀਤ। ਤੇ ਇਸ ਸੰਸਾਰ ਤੋਂ ਸਰੀਰ ਛੱਡਣ ਲੱਗਿਆ, ਕੂਚ ਕਰਨ ਲੱਗਿਆ ਵੀ ਮੈਂ ਆਪਣੇ ਪਰਮਾਤਮਾ ਨੂੰ ਹਿਰਦੇ ਰੂਪੀ ਕਰ ਵਸਾ ਕੇ ਇਸ ਸੰਸਾਰ ਤੋਂ ਵਿਦਾ ਹੋ ਚੱਲਿਆ ਹਾਂ। ਗੁਰੂ ਸਾਹਿਬ ਜੀ ਕਹਿੰਦੇ ਹਨ, ਜੋ ਬਚਪਨ ਤੋਂ ਜਨਮ ਅਵਸਥਾ ਤੋਂ ਲੈ ਕੇ ਜੋ ਪਰਮਾਤਮਾ ਨੇ ਸਾਡੇ ਸਰੀਰ ਪ੍ਰਾਣ ਪਾਏ ਸਨ, ਜਨਮ ਤੋਂ ਹੀ ਲੈ ਕੇ ਅੰਤ ਸਮੇਂ ਤੱਕ ਪਰਮਾਤਮਾ ਨੇ ਜੋ ਸੱਚੀ ਪ੍ਰੀਤ ਪਾਈ ਸੀ, ਗੁਰੂ ਨੇ ਕਿਰਪਾ ਕਰਕੇ ਉਹ ਸੱਚੀ ਪ੍ਰੀਤ ਤੋੜ ਨਿਭਾ ਦਿੱਤੀ ਹੈ। ਜਿਉਂਦਿਆਂ ਜੀ ਜੋ ਪ੍ਰਭੂ ਨੂੰ ਚਿੱਤ ਵਿੱਚ ਵਸਾ ਕੇ ਰੱਖਿਆ ਸੀ, ਅੰਤ ਸਮੇਂ ਵੀ ਉਸ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਸੰਸਾਰ ਤੋਂ ਜਾ ਰਹੇ ਹਾਂ। ਤਾਂ ਗੁਰੂ ਅਰਜਨ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਕਿ ਜਿਸ ਤਰ੍ਹਾਂ ਮੇਰੇ ਅਕਾਲ ਪੁਰਖ ਨੇ ਜਿੱਦਾਂ ਜਿਵੇਂ ਜਿੱਥੇ ਕਿਤੇ ਵੀ ਮੈਨੂੰ ਹੁਕਮ ਕੀਤਾ ਹੈ, ਮੈਨੂੰ ਆਗਿਆ ਦਿੱਤੀ ਹੈ, ਮੈਂ ਅਕਾਲ ਪੁਰਖ ਦਾ ਹੁਕਮ ਅਨੁਸਾਰੀ ਬਣ ਕੇ ਉਹਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ। ਜਿੱਥੇ ਮੇਰੇ ਪ੍ਰਭੂ ਨੇ ਮੈਨੂੰ ਦਾਸ ਨੂੰ ਹੁਕਮ ਕੀਤਾ ਹੈ, ਮੈਂ ਉਸ ਅਕਾਲ ਪੁਰਖ ਦੀ ਹੁਕਮ ਨੂੰ ਮੰਨਦਾ ਹੋਇਆ ਉਧਰ ਨੂੰ ਦੌੜ ਉੱਠਿਆ ਹਾਂ ਜਿਸ ਪਾਸੇ ਮੇਰੇ ਪ੍ਰਭੂ ਨੇ ਮੈਨੂੰ ਯਾਦ ਕੀਤਾ ਹੈ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ, ਜਿੱਥੇ ਕਿਤੇ ਵੀ ਪ੍ਰਮਾਤਮਾ ਨੇ ਮੈਨੂੰ ਆਪਣਾ ਦਾਸ ਸੇਵਕ ਜਾਣ ਕੇ ਮੈਨੂੰ ਆਗਿਆ ਦਿੱਤੀ ਹੈ, ਮੈਨੂੰ ਹੁਕਮ ਮੰਨਣ ਦਾ ਸਮਾਂ ਦਿੱਤਾ ਹੈ, ਮੈਂ ਉਸ ਪਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕੀਤਾ ਹੈ। ਕਦੀ ਉਸ ਅਕਾਲ ਪੁਰਖ ਤੋਂ ਆਪਣਾ ਮੁਖ ਨਹੀਂ ਮੋੜਿਆ। ਮੈਂ ਪ੍ਰਭੂ ਤੋਂ ਕਦੀ ਮੁਨਕਰ ਨਹੀਂ ਹੋਇਆ ਕਿ ਮੈਂ ਇਹ ਕਾਰਜ ਨਹੀਂ ਕਰਨਾ ਜਾਂ ਇਹ ਸੇਵਾ ਨਹੀਂ ਕਰਨੀ। ਜਦੋਂ ਵੀ ਮੇਰੇ ਅਕਾਲ ਪੁਰਖ ਨੇ ਜਿੱਥੇ ਕਿੱਥੇ ਵੀ ਮੈਨੂੰ ਸੇਵਾ ਵਾਸਤੇ ਭੇਜਿਆ ਹੈ, ਗੁਰੂ ਸਾਹਿਬ ਜੀ ਕਹਿੰਦੇ ਹਨ, ਅਸੀਂ ਤੁਰੰਤ ਹੀ ਪ੍ਰਭੂ ਦਾ ਹੁਕਮ ਸਿਰ ਮੱਥੇ ਤੇ ਪ੍ਰਵਾਨ ਕੀਤਾ ਹੈ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰ। ਜਿੱਥੇ ਕਿਤੇ ਵੀ ਮੇਰੇ ਪ੍ਰਭੂ ਨੇ ਮੈਨੂੰ ਹੁਕਮ ਕੀਤਾ ਹੈ, ਉਸ ਦੀ ਆਗਿਆ ਨੂੰ ਮੈਂ ਸਤਿਕਰਮ ਕਰਕੇ ਮੰਨਿਆ ਹੈ। ਉਸ ਦੇ ਹੁਕਮ ਦੀ ਕਦੀ ਉਲੰਘਣਾ ਨਹੀਂ ਕੀਤੀ, ਕਦੀ ਉਸ ਪਰਮਾਤਮਾ ਤੋਂ ਮੁਖ ਨਹੀਂ ਮੋੜਿਆ। ਗੁਰੂ ਸਾਹਿਬ ਜੀ ਕਹਿੰਦੇ ਹਨ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ। ਆਤਮ ਡੋਲਤਾ ਤੇ ਆਤਮ ਆਨੰਦ ਦਾ ਖੇੜਾ ਜੋ ਪਰਮਾਤਮਾ ਨੇ ਸਾਡੇ ਹਿਰਦੇ ਵਿੱਚ ਵਸਾਇਆ ਹੈ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ। ਉਠ ਆਹੋ ਲਓ ਦੌੜਿਓ। ਤੇ ਅਕਾਲ ਪੁਰਖ ਕਹਿੰਦੇ, ਸਤਿਗੁਰੂ ਜੀ ਕਹਿੰਦੇ, ਅਕਾਲ ਪੁਰਖ ਨੇ ਜੋ ਸਾਡੇ ਤੇ ਕਿਰਪਾ ਕਰਕੇ ਦੁਨੀਆ ਦੇ ਸਾਰੇ ਸੁੱਖ ਹਿਰਦੇ ਵਿੱਚ ਵਸਾ ਦਿੱਤੇ ਹਨ, ਆਤਮ ਆਨੰਦ ਦਾ ਖੇੜਾ ਵਸਾ ਦਿੱਤਾ ਹੈ। ਜਦੋਂ ਮੇਰੇ ਅਕਾਲ ਪੁਰਖ ਦਾ ਹੁਕਮ ਆ ਗਿਆ, ਦੁਨੀਆ ਦੇ ਸਾਰੇ ਸੁੱਖ ਇੱਥੇ ਛੱਡ ਕੇ ਸਰੀਰ 'ਚੋਂ ਉੱਠ ਜਾਣਾ ਹੈ, ਸੰਸਾਰ ਤੋਂ ਉੱਠ ਜਾਣਾ ਹੈ। ਜਦੋਂ ਵੀ ਅਕਾਲ ਪੁਰਖ ਦਾ ਹੁਕਮ ਆਇਆ, ਪ੍ਰਭੂ ਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਹੋਏ ਦੁਨੀਆ ਦੇ ਸਾਰੇ ਸੁੱਖ ਮਹਿਰ ਮਾਣੀਆਂ ਸਾਖ ਸੰਬੰਧੀ ਸੱਜਣ ਆਦਿ ਇੱਥੇ ਛੱਡ ਕੇ ਸੰਸਾਰ ਤੋਂ ਭਾਈ ਖਾਲੀ ਹੱਥ ਕੂਚ ਕਰਨਾ ਹੈ। ਇੱਕ ਨਾਮ ਰੂਪੀ ਧਨ ਪਦਾਰਥ ਜਿਹੜਾ ਹੈ ਉਹ ਸਾਡੇ ਨਾਲ ਨਿਭੇਗਾ, ਬਾਕੀ ਦੇ ਸਾਰੇ ਪਦਾਰਥ ਇੱਥੇ ਰਹਿ ਜਾਣ ਵਾਲੇ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਦੋਂ ਵੀ ਮੇਰੇ ਅਕਾਲ ਪੁਰਖ ਦਾ ਹੁਕਮ ਆਇਆ, ਉਹਦੇ ਦਿੱਤੇ ਸਾਰੇ ਸੁੱਖ ਇੱਥੇ ਛੱਡ ਕੇ ਸੰਸਾਰ ਤੋਂ ਉੱਠ ਜਾਣਾ ਹੈ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ।
ਉਠ ਆਹੂ ਲੋ ਕੋ ਦੌੜਿਓ। ਗੁਰੂ ਸਾਹਿਬ ਜੀ ਕਹਿੰਦੇ ਹਨ, ਇਹ ਦੁਨੀਆ ਦੇ ਸਾਰੇ ਸੁੱਖ ਛੱਡ ਕੇ ਇਸ ਸੰਸਾਰ ਤੋਂ ਦੌੜ ਜਾਣਾ ਹੈ, ਉੱਠ ਜਾਣਾ ਹੈ। ਭਾਈ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਆਗਿਆ ਮਾਹੇ ਭੂਖ ਸੋਈ। ਸੋ ਸਾਡੇ ਹਿਰਦੇ ਰੂਪੀ ਘਰ ਵਿੱਚ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ। ਕਦੋਂ ਮੇਰੇ ਪ੍ਰਭੂ ਦੀ ਆਗਿਆ ਆਵੇ, ਮੈਂ ਉਸ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨਾ। ਗੁਰੂ ਦੇ ਹੁਕਮ ਦੀ ਪਾਲਣਾ ਕਰਨ ਦੀ ਸਦਾ ਸਾਡੇ ਹਿਰਦੇ ਵਿੱਚ ਭੁੱਖ ਲੱਗੀ ਰਹਿੰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ, ਆਗਿਆ ਮੈਂ ਭੂਖ ਸੋਈ, ਕਰ ਸੁਖਾ ਸੋਖ ਹਰਖ ਨਹੀਂ ਜਾਣਿਓ। ਇਸ ਕਰਕੇ ਭਾਈ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦੇ ਹੁਕਮ ਮੰਨਣ ਦੀ ਸਦਾ ਤਾਂਘ ਬਣੀ ਰਹਿੰਦੀ ਹੈ ਕਿ ਕਦੋਂ ਪਰਮਾਤਮਾ ਦਾ ਹੁਕਮ ਆਵੇ, ਉਹਦੇ ਪ੍ਰਭੂ ਦੀ ਹੁਕਮ ਦੀ ਪਾਲਣਾ ਕੀਤੀ ਜਾਵੇ, ਆਗਿਆ ਨੂੰ ਸਤ ਕਰਕੇ ਮੰਨਿਆ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਸਾਡੇ ਉੱਤੇ ਨਾ ਕੋਈ ਸੋਗ ਗਮੀ ਦਾ ਅਸਰ ਹੈ ਤੇ ਨਾ ਹੀ ਖੁਸ਼ੀ ਦਾ ਗਮ ਹੈ, ਨਾ ਕੋਈ ਖੁਸ਼ੀ ਦਾ ਅਸਰ ਹੈ, ਨਾ ਸੋਗ ਦਾ ਕੋਈ ਗਮ ਹੈ। ਸੁੱਖ ਦੁੱਖ ਦੋਨੋਂ ਸਮਕਰ ਜਾਣੇ। ਇਸ ਕਰਕੇ ਭਾਈ ਅਸੀਂ ਦੁੱਖ ਤੇ ਸੁੱਖ ਨੂੰ ਇੱਕੋ ਤਰ੍ਹਾਂ ਜਾਣਦੇ ਹਨ। ਭਾਵੇਂ ਗਮੀ ਹੋਵੇ, ਸੋਗ ਹੋਵੇ, ਭਾਵੇਂ ਖੁਸ਼ੀ ਹੋਵੇ, ਦੋਨਾਂ ਸਮਿਆਂ ਦੇ ਵਿੱਚ ਮੈਂ ਆਪਣੇ ਪ੍ਰਭੂ ਨੂੰ ਹਰ ਸਮੇਂ ਯਾਦ ਕਰਕੇ ਰੱਖਦਾ, ਹਿਰਦੇ ਵਿੱਚ ਵਸਾ ਕੇ ਰੱਖਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਸਾਡੇ ਉੱਤੇ ਨਾ ਕਿਸੇ ਖੁਸ਼ੀ ਦਾ ਅਸਰ ਹੈ, ਨਾ ਕਿਸੇ ਗਮੀ ਦਾ ਅਸਰ ਹੈ। ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਖੁਸ਼ੀ ਹੋਵੇ ਭਾਵੇਂ ਗਮੀ ਹੋਵੇ, ਹਰ ਸਮੇਂ ਅਸੀਂ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਹਾਂ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ, ਆਗਿਆ ਮੈਂ ਭੂਖ ਸੋਈ, ਕਰ ਸੁਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਜਦੋਂ ਮੇਰੇ ਪ੍ਰਮਾਤਮਾ ਦਾ ਕੋਈ ਹੁਕਮ ਆਇਆ ਹੈ, ਮੈਂ ਉਸ ਦੀ ਦੌੜ ਕੇ ਪਾਲਣਾ ਕੀਤੀ ਹੈ, ਉਸ ਦੇ ਪ੍ਰਭੂ ਦੇ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕੀਤਾ ਹੈ, ਪਰਮਾਤਮਾ ਤੋਂ ਕਦੀ ਮੁੱਖ ਨਹੀਂ ਮੋੜਿਆ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਜਦੋਂ ਮੇਰੇ ਅਕਾਲ ਪੁਰਖ ਦਾ ਕੋਈ ਹੁਕਮ ਆਇਆ, ਮੇਰੇ ਪ੍ਰਭੂ ਦੀ ਆਗਿਆ ਆਈ, ਉਸ ਕਾਰਜ ਨੂੰ ਕਰਨ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ, ਮੈਂ ਆਪਣੇ ਪ੍ਰਭੂ ਤੋਂ ਕਦੀ ਮੁੱਖ ਨਹੀਂ ਮੋੜਿਆ, ਮੁਨਕਰ ਨਹੀਂ ਹੋਇਆ। ਇਸ ਕਰਕੇ ਤੁਰੰਤ ਹੀ ਮੈਂ ਆਪਣੇ ਪ੍ਰਭੂ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਭਇਓ ਕਿਰਪਾਲ ਠਾਕੁਰ ਸੇਵਕੋ। ਜਦੋਂ ਦੇ ਮੇਰੇ ਪ੍ਰਭੂ ਠਾਕੁਰ ਮਾਲਕ ਸਾਡੇ ਤੇ ਕਿਰਪਾਲੂ ਹੋਏ ਹਨ, ਦਿਆਲੂ ਹੋਏ ਹਨ, ਗੁਰੂ ਸਾਹਿਬ ਜੀ ਕਹਿੰਦੇ ਹਨ, ਸੇਵਕੋ ਸਵਰੇ ਹਲਤ ਪਰਾਤਾ। ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ। ਸੋ ਹਲਤ ਤੇ ਪਲਤ ਇਸ ਲੋਕ ਰੂਪੀ ਘਰ, ਪਰਲੋਕ ਰੂਪੀ ਘਰ ਨੂੰ ਕਿਹਾ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਦੇ ਮੇਰੇ ਠਾਕੁਰ ਅਕਾਲ ਪੁਰਖ ਨੇ ਭਾਈ ਸਾਡੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਡਾ ਸਾਰਾ ਜੀਵਨ ਸਵਾਰ ਦਿੱਤਾ ਹੈ। ਇਹ ਲੋਕ ਰੂਪੀ ਘਰ, ਪਰਲੋਕ ਰੂਪੀ ਘਰ ਦੋਨੇ ਸਹੇਲੇ ਬਣਾ ਦਿੱਤੇ ਹਨ, ਦੋਵੇਂ ਸਫਲ ਬਣ ਗਏ ਹਨ, ਕਿਉਂਕਿ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਕੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ। ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ। ਜਦੋਂ ਦੇ ਮੇਰੇ ਪ੍ਰਭੂ ਅਕਾਲ ਪੁਰਖ ਨੇ ਆਪਣੇ ਸੇਵਕ ਤੇ ਕਿਰਪਾ ਕੀਤੀ, ਭਾਈ ਸਾਰੇ ਕਾਰਜ ਸਵਾਰ ਕੇ ਇਹ ਲੋਕ ਰੂਪੀ ਘਰ ਤੇ ਪਰਲੋਕ ਰੂਪੀ ਘਰ ਵੀ ਸਵਾਰ ਦਿੱਤਾ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਕਸਮ ਪਛਾਤਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਉਹ ਸੇਵਕ ਧੰਨਤਾ ਦੇ ਯੋਗ ਹੈ ਭਾਈ, ਜਿਸ ਨੇ ਸੰਸਾਰ ਉੱਤੇ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਅਕਾਲ ਪੁਰਖ ਨਾਲ ਸੱਚੀ ਪ੍ਰੀਤ, ਸੱਚਾ ਪਿਆਰ ਨਿਭਾਇਆ ਹੈ ਤੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ। ਧੰਨ ਸੇਵਕ ਸਫਲ ਉਹ ਆਇਆ, ਉਸ ਸੇਵਕ ਦਾ ਸੰਸਾਰ ਉੱਤੇ ਆਉਣਾ ਧੰਨਤਾ ਦੇ ਯੋਗ ਹੈ। ਸਫਲਾ ਹੈ ਭਾਈ, ਜਿਸ ਨੇ ਇਸ ਅਕਾਲ ਪੁਰਖ ਦੇ ਹੁਕਮ ਅਨੁਸਾਰੀ ਹੋ ਕੇ ਆਪਣਾ ਜੀਵਨ ਬਤੀਤ ਕੀਤਾ ਹੈ, ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ, ਉਹਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਤੇ ਜਿਸ ਕਰਕੇ ਪ੍ਰਭੂ ਦੇ ਹੁਕਮ ਦੀ ਪਛਾਣ ਕੀਤੀ ਹੈ। ਨਾਨਕ ਆਖਦਾ ਹੈ ਭਾਈ, ਉਸ ਸੇਵਕ ਦਾ ਸੰਸਾਰ ਉੱਤੇ ਆਉਣਾ ਸਫਲਾ ਗਿਣਿਆ ਜਾਂਦਾ ਹੈ। ਧੰਨਤਾ ਦੇ ਯੋਗ ਹੈ ਉਹ ਸੇਵਕ, ਜਿਸ ਨੇ ਮੇਰੇ ਪ੍ਰਭੂ ਦੇ ਹੁਕਮ ਦੀ ਪਛਾਣ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਜਿਸ ਸੇਵਕ ਨੇ ਇਹ ਨਾਨਕ ਆਪਣੇ ਖਸਮ ਪ੍ਰਭੂ ਦੀ ਪਛਾਣ ਕੀਤੀ ਹੈ, ਪ੍ਰਭੂ ਦੇ ਹੁਕਮ ਅਨੁਸਾਰੀ ਹੋ ਕੇ ਪ੍ਰਭੂ ਦੇ ਹੁਕਮ ਸਤ ਕਰਕੇ ਮੰਨਿਆ ਹੈ, ਆਗਿਆ ਦੀ ਪਾਲਣਾ ਕੀਤੀ ਭਾਈ, ਉਹ ਜੀਵਨ ਜਿਹੜਾ ਹੈ
ਸੰਸਾਰ ਉੱਤੇ ਸਫਲਾ ਹੈ। ਉਹਦਾ ਗੁਰਮੁਖ ਦਾ ਆਉਣਾ ਸੰਸਾਰ ਉੱਤੇ ਸਫਲਾ ਹੈ ਤੇ ਧਨਤਾ ਦਾ ਯੋਗ ਹੈ, ਜਿਸ ਨੇ ਅਕਾਲ ਪੁਰਖ ਦੀ ਰਜਾ ਵਿੱਚ ਰਹਿ ਕੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ, ਪ੍ਰਭੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਪ੍ਰਭੂ ਦੇ ਹੁਕਮ ਸਾਰੀ ਹੋ ਕੇ ਸਦਾ ਅਕਾਲ ਪੁਰਖ ਦੇ ਚਰਨਾਂ ਦੀ ਸੇਵਾ ਕੀਤੀ ਹੈ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪੁੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਲਚ ਵਸਾ ਕੇ ਸੇਵਾ ਸੁਣ ਕਰਦੇ ਹੋਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪੁੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਵਾਸ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।